ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਦੋਸਤੋ ਮਾफ़ ਕਰਨਾ, ਅੱਜ ਅਸੀਂ ਇੰਨਾ ਨਾ ਰਵਾਇਆ ਕਰ ਮੇਰੀ ਲਿਖੀ ਕਹਾਣੀ ਦਾ 6ਵਾਂ ਭਾਗ ਸੁਣਨ ਲੱਗੇ ਹਾਂ। ਪਰ ਇਹ 6ਵਾਂ ਭਾਗ ਰਿਕਾਰਡਿੰਗ ਕਰਨ ਲੱਗਿਆਂ ਕਾਫੀ ਟਾਈਮ ਲੱਗ ਗਿਆ, 1 ਮਹੀਨਾ ਦੇ ਲਗਭਗ ਹੋ ਗਿਆ। ਸੋ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਸੁਣ ਕੇ ਕੁਝ ਨਾ ਕੁਝ ਕਮੈਂਟ ਜ਼ਰੂਰ ਲਿਖਿਆ ਕਰੋ। ਮੈਂ ਤੁਹਾਡੇ ਵਾਸਤੇ ਇਹ ਜੋ ਸੱਚੀਆਂ ਕਹਾਣੀਆਂ ਬੜੀ ਮਿਹਨਤ ਕਰਕੇ ਲਿਖੀਆਂ, ਤੇ ਇਹ ਮੇਰੀ ਕਹਾਣੀ ਦੇ ਅਨਮੋਲ ਮੋਤੀਆਂ ਹਨ, ਮੇਰੀਆਂ ਕਹਾਣੀਆਂ ਦੇ, ਜੋ YouTube ਤੇ ਤੁਹਾਡੇ ਨਾਲ ਸਾਂਝੇ ਕਰ ਰਿਹਾ। ਵਰਨਾ ਮੈਂ ਇਹਨਾਂ ਕਹਾਣੀਆਂ ਨੂੰ ਕਿਤਾਬਾਂ ਦੇ ਰੂਪ ਵਿੱਚ ਵੀ ਛਪਾ ਸਕਦਾ ਸੀ ਜਾਂ ਹਾਂ, ਕਿਉਂਕਿ ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ ਕਿਤਾਬਾਂ ਦੇ ਰੂਪ ਵਿੱਚ ਨਹੀਂ ਛਪਾ ਸਕਦਾ ਹਾਲੀ। ਤਾਂ ਮੈਂ ਆਪਣੇ ਇਹਨਾਂ ਕੀਮਤੀ ਬੋਲਾਂ ਨੂੰ, ਕੀਮਤੀ ਕਹਾਣੀਆਂ ਨੂੰ ਤੁਹਾਡੇ ਨਾਲ ਸਾਂਝੀ ਕਰ ਰਿਹਾ YouTube ਰਾਹੀਂ, ਜੋ ਬੇਸ਼ਕੀਮਤੀ ਹਨ, ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ ਹੈ। ਤੁਸੀਂ ਵੀ ਇਹਨਾਂ ਕਹਾਣੀਆਂ ਨੂੰ ਸੁਣ ਕੇ ਸਬਸਕ੍ਰਾਈਬ ਕਰਿਆ ਕਰੋ, ਕਮੈਂਟ ਕਰਿਆ ਕਰੋ, ਤਾਂ ਕਿ ਲੇਖਕ ਦਾ ਹੌਸਲਾ ਵੱਧਦਾ ਰਹਿੰਦਾ ਹੈ। ਸੋ ਦੋਸਤੋ, ਅੱਜ ਆਪਾਂ ਮੇਰੇ ਲਿਖੇ ਪੰਜਾਬੀ ਨਾਵਲ ਇਹਨਾਂ ਨਾ ਰਵਾਇਆ ਕਰਦਾ 6ਵਾਂ ਭਾਗ ਸੁਣਦੇ ਹਾਂ। 5ਵੇਂ ਦੇ ਵਿੱਚ ਅਸੀਂ ਅਖੀਰ ਤੇ ਸੁਣਿਆ ਸੀ ਕਿ ਵੇਦੇ ਨੇ ਜੋ ਲਾਲੀ ਦੇ ਨਾਲ ਬਦਤਮੀਜ਼ੀ ਕੀਤੀ ਸੀ, ਲਾਲੀ ਦੀ ਮਾਂ ਨੇ ਉਹਨਾਂ ਦੇ ਘਰੇ ਜਾ ਕੇ ਵੇਦੇ ਦੀ ਚੰਗੀ ਖੁੰਬ ਠੱਪੀ, ਚੰਗੀ ਪਟਾਈ ਕੀਤੀ। ਜਦ ਵੇਦੇ ਦੀ ਗਲਤੀ ਦਾ ਪਤਾ ਲੱਗੇ ਤਾਂ ਉਹਦੀ ਮਾਂ ਨੇ ਵੀ ਉਹਦੇ ਨਾਲ ਲੱਗ ਕੇ ਉਹਦੀ ਪਰੇਡ ਕੀਤੀ। ਸੋ ਇਸ ਤਰ੍ਹਾਂ ਵੇਦੇ ਦੀ ਮਾਂ ਅਤੇ ਲਾਲੀ ਦੀ ਮਾਂ ਨੇ ਇਸ ਗੱਲ ਨੂੰ ਆਪਸ ਵਿੱਚ ਹੀ ਨਿਬੇੜ ਲਿਆ। ਹੁਣ ਇਸ ਤੋਂ ਅੱਗੇ ਦੀ ਕਹਾਣੀ ਆਪਾਂ ਸੁਣਦੇ ਹਾਂ। ਸਰਦਾਰ ਅਜਾਇਬ ਸਿੰਘ ਬਰਾੜ ਬਹੁਤ ਹੀ ਭਲਾ ਆਦਮੀ ਸੀ ਅਤੇ ਇੱਕ ਸੂਝਵਾਨ ਵਪਾਰੀ ਵੀ ਸੀ। ਇਸ ਦੇ ਨਾਲ ਨਾਲ ਉਹ ਦਰਿਆ ਦਿਲ ਅਤੇ ਦਾਨੀ ਪੁਰਸ਼ ਵੀ ਸੀ। ਉਹ ਹਰ ਸਾਲ ਗੁਰਦੁਆਰਾ ਬੁੱਢਾ ਜੋੜ ਵਿਖੇ 100 ਬੋਰੀ ਕਣਕ ਦੀ ਭੇਜਦਾ ਸੀ ਅਤੇ 20 ਬੋਰੀਆਂ ਕਣਕ ਦੀਆਂ ਉਹ ਸੰਤਪੁਰੇ ਦੇ ਗੁਰਦੁਆਰਾ ਸਾਹਿਬ ਨੂੰ ਭੇਜਦਾ ਸੀ। ਇਹ ਸੰਤਪੁਰਾ ਪਿੰਡ ਸੰਗਰੀਆ ਮੰਡੀ ਦੇ ਬਿਲਕੁਲ ਹੀ ਨਾਲ ਲੱਗਦਾ ਹੈ ਅਤੇ ਇੱਥੋਂ ਦੇ ਸੰਤ ਹਰਨੇਕ ਸਿੰਘ ਜੀ ਬਹੁਤ ਮਸ਼ਹੂਰ ਅਤੇ ਮਹਾਨ ਸ਼ਖਸੀਅਤ ਹੋਏ ਹਨ। ਅਜਾਇਬ ਸਿੰਘ ਦੇ ਦਾਨੀ ਅਤੇ ਸੱਜਣ ਪੁਰਸ਼ ਹੋਣ ਦਾ ਜਸ, ਸਰਦਾਰ ਅਜਾਇਬ ਸਿੰਘ ਦੇ ਦਾਨੀ ਪੁਰਸ਼ ਅਤੇ ਸੱਜਣ ਪੁਰਸ਼ ਹੋਣ ਦਾ ਜਸ ਸੁਣ ਕੇ ਸੰਤਪੁਰਾ ਦੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਅਜਾਇਬ ਸਿੰਘ ਨਾਲ ਵਪਾਰਕ ਅਤੇ ਧਾਰਮਿਕ ਤੌਰ ਉੱਤੇ ਜੁੜ ਗਏ ਸਨ। ਜਿਵੇਂ ਅਮਰਗੜ੍ਹ, ਸੰਤਪੁਰਾ, ਦੀਨਗੜ੍ਹ, ਭਾਕਰਾਂ, ਹਰੀਪੁਰਾ, ਵਜੀਦਪੁਰਾ, ਮੋਢੀ, ਕੰਦੂਖੇੜਾ, ਭੁੱਲਰਾਲਾ ਅਤੇ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਸਰਦਾਰ ਬਰਾੜ ਦੇ ਨਾਲ ਆੜਤ ਪਾ ਲਈ ਸੀ। ਕਈ ਲੋਕ ਬਿਨਾਂ ਆੜਤ ਤੋਂ ਵੀ ਆਪਣੀ ਪੱਕੀ ਫਸਲ ਸਰਦਾਰ ਅਜਾਇਬ ਸਿੰਘ ਦੀ ਦੁਕਾਨ ਉੱਤੇ ਲਿਆ ਸੁੱਟਦੇ ਸਨ ਅਤੇ ਆਪਣੀ ਫਸਲ ਦਾ ਚੰਗਾ ਭਾਅ ਲੈ ਕੇ ਖੜੇ ਪੈਰ ਹੀ ਨੋਟਾਂ ਦੀਆਂ ਜੇਬਾਂ ਭਰ ਕੇ ਤੁਰ ਜਾਂਦੇ ਸਨ।
ਪੰਜਾਬ ਦੇ ਬੁਰੇ ਹਾਲਾਤਾਂ ਦਾ ਅਸਰ ਰਾਜਸਥਾਨ ਦੇ ਇਸ ਇਲਾਕੇ ਉੱਤੇ ਵੀ ਪਿਆ ਸੀ। ਪੰਜਾਬ ਦੇ ਖਾੜਕੂ ਰਾਜਸਥਾਨ ਵਿੱਚ ਆਮ ਹੀ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਕਈ ਖਾੜਕੂਆਂ ਦੀਆਂ ਇੱਧਰ ਰਿਸ਼ਤੇਦਾਰੀਆਂ ਵੀ ਸਨ। ਇਸ ਲਈ ਉਹ 4 ਦਿਨ ਸੌਖੇ ਕੱਟਣ ਵਾਸਤੇ ਇੱਧਰ ਕੁਝ ਦਿਨ ਰਹਿ ਕੇ ਆਰਾਮ ਕਰ ਲੈਂਦੇ ਸਨ। ਉਹਨਾਂ ਦਿਨਾਂ ਵਿੱਚ ਹੀ ਗੰਗਾਨਗਰ ਜ਼ਿਲ੍ਹੇ ਦੇ ਇਸ ਇਲਾਕੇ ਵਿੱਚ ਦਿਸ਼ਾ ਨਾਮ ਦਾ ਇੱਕ ਬਦਮਾਸ਼ ਬਹੁਤ ਮਸ਼ਹੂਰ ਹੋਇਆ ਸੀ। ਉਸ ਦਾ ਇੱਕ ਗੈਂਗ ਸੀ ਅਤੇ ਗੈਂਗ ਦੇ ਸਾਰੇ ਆਦਮੀਆਂ ਕੋਲ ਲਾਇਸੈਂਸੀ ਬੰਦੂਕਾਂ ਸਨ ਅਤੇ ਉਹ ਸ਼ਰੇਆਮ ਬਾਜ਼ਾਰਾਂ ਵਿੱਚ ਲੰਡੀ ਜੀਪ ਲੈ ਕੇ ਘੁੰਮਦਾ ਰਹਿੰਦਾ ਸੀ। ਕਹਿੰਦੇ ਹਨ ਕਿ ਉਸ ਦੀ ਪਿੱਠ ਪਿੱਛੇ ਇੱਕ ਬਹੁਤ ਵੱਡੇ ਰਾਜਨੀਤਿਕ ਨੇਤਾ ਦਾ ਹੱਥ ਸੀ, ਇਸ ਲਈ ਉਹ ਸ਼ਰੇਆਮ ਅਸਲਾ ਲੈ ਕੇ ਘੁੰਮਦਾ ਰਹਿੰਦਾ ਸੀ ਅਤੇ ਪੁਲਿਸ ਕੁਝ ਨਹੀਂ ਕਹਿੰਦੀ ਸੀ। ਲੋਕਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰਨੇ ਜਾਂ ਕਬਜ਼ੇ ਕਰਾਉਣੇ ਉਸ ਦਾ ਆਮ ਧੰਦਾ ਸੀ। ਉਹ ਬੇਖੌਫ ਹੋ ਕੇ ਰਹਿੰਦਾ ਸੀ ਅਤੇ ਉਸ ਦੇ ਘਰ ਦੀ ਛੱਤ ਉੱਤੇ ਬੰਦੂਕਾਂ ਵਾਲੇ 10-12 ਬੰਦੇ ਹਰ ਵੇਲੇ ਤਾਇਨਾਤ ਹੋ ਕੇ ਪਹਿਰਾ ਦਿੰਦੇ ਰਹਿੰਦੇ ਸਨ। ਕੋਈ ਬੰਦਾ ਉਸ ਤੋਂ ਡਰਦਾ ਹੋਇਆ ਉਸ ਉੱਤੇ ਹਮਲਾ ਕਰਕੇ ਬਦਲਾ ਲੈਣ ਦੀ ਹਿੰਮਤ ਨਹੀਂ ਰੱਖਦਾ ਸੀ ਅਤੇ ਨਾ ਹੀ ਕੋਈ ਉਸ ਦੇ ਖਿਲਾਫ ਆਵਾਜ਼ ਉਠਾਉਂਦਾ ਸੀ। ਜਿਵੇਂ ਜਿਵੇਂ ਦਿਸ਼ੇ ਦਾ ਖੌਫ ਅਤੇ ਡਰ ਦਿਨੋਂ ਦਿਨ ਵੱਧਦਾ ਜਾਂਦਾ ਸੀ, ਉਵੇਂ ਉਵੇਂ ਉਸ ਦੇ ਜ਼ੁਲਮ ਕਰਨ ਦੀ ਹੱਦ ਵੀ ਵੱਧਦੀ ਜਾਂਦੀ ਸੀ। ਉਸਨੇ ਗੰਗਾਨਗਰ ਦੇ ਨਾਲ ਲੱਗਦੇ ਇੱਕ ਪਿੰਡ ਵਿੱਚੋਂ 2 ਜਨਾਨੀਆਂ ਚੁੱਕੀਆਂ ਸਨ ਅਤੇ 2 ਦਿਨਾਂ ਬਾਅਦ ਉਹਨਾਂ ਨੂੰ ਅੱਧਮਰੀਆਂ ਜਿਹੀਆਂ ਕਰਕੇ ਉਸ ਦੇ ਬੰਦੇ ਉਸੇ ਦੇ ਪਿੰਡ ਦੇ ਬਾਹਰ ਸੁੱਟ ਆਏ ਸਨ। ਉਸ ਦੇ ਬੰਦੇ ਜਿੱਥੋਂ ਜਨਾਨੀਆਂ ਚੁੱਕੀਆਂ ਸਨ, ਜਿਹੜੇ ਪਿੰਡ ਦੀਆਂ, ਉਸੇ ਪਿੰਡ ਦੇ ਬਾਹਰ ਸੁੱਟ ਆਏ ਸਨ। ਇਸ ਹਾਦਸੇ ਨਾਲ ਉਹਨਾਂ ਪਿੰਡਾਂ ਵਿੱਚ ਬਹੁਤ ਹਾਹਾਕਾਰ ਮੱਚੀ ਸੀ। ਸਭ ਜਾਣਦੇ ਸਨ ਕਿ ਕੰਮ ਦਿਸ਼ੇ ਬਦਮਾਸ਼ ਦਾ ਹੈ, ਪਰ ਪੁਲਿਸ ਨੇ ਖਾਨਾ ਪੂਰਤੀ ਵਾਸਤੇ 2-4 ਸੜਕ ਛਾਪ ਆਸ਼ਕਾਂ ਨੂੰ ਤੇ 2-4 ਚਿੰਦੀ ਚੋਰਾਂ ਨੂੰ ਫੜ ਕੇ ਥੋੜ੍ਹੇ ਦਿਨਾਂ ਵਿੱਚ ਹੀ ਕੇਸ ਰਫਾ ਦਫਾ ਕਰ ਦਿੱਤਾ। ਪਹਿਲਾਂ ਵਾਲਾ ਹਾਦਸਾ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਸੰਗਰੀਏ ਦੇ ਨਾਲ ਲੱਗਦੇ ਇੱਕ ਪਿੰਡ ਵਿੱਚੋਂ ਇੱਕ ਹੋਰ ਔਰਤ ਚੁੱਕੀ ਗਈ ਸੀ। ਉਹ ਗੱਲ ਇਸ ਤਰ੍ਹਾਂ ਹੋਈ ਸੀ ਕਿ ਸਵੇਰੇ ਸਵੇਰੇ ਮੂੰਹ ਹਨੇਰੇ ਹੀ ਇੱਕ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਜੰਗਲ ਪਾਣੀ ਚੱਲੀਆਂ ਸਨ ਅਤੇ ਕੁਝ ਬਦਮਾਸ਼ਾਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਭਾਰੀ ਸ਼ੋਰ ਸ਼ਰਾਬਾ ਮਚ ਗਿਆ। ਕੁਝ ਜਨਾਨੀਆਂ ਨੇ ਇੱਧਰ ਉੱਧਰ ਭੱਜ ਕੇ ਜਾਨ ਬਚਾ ਲਈ, ਪਰ ਇੱਕ ਔਰਤ ਉਹਨਾਂ ਦੇ ਹੱਥ ਲੱਗ ਗਈ ਸੀ ਅਤੇ ਬਦਮਾਸ਼ ਉਸ ਨੂੰ ਚੁੱਕ ਕੇ ਲੈ ਗਏ ਸਨ। 1 ਹਫ਼ਤਾ ਉਸ ਔਰਤ ਦਾ ਕੋਈ ਪਤਾ ਨਾ ਲੱਗਿਆ। ਲੋਕ ਵੀ ਲੱਭ ਰਹੇ ਸਨ ਤੇ ਪੁਲਿਸ ਵੀ ਲੱਭ ਰਹੀ ਸੀ, ਪਰ ਕਿਤੋਂ ਵੀ ਕੋਈ ਸੂਹ ਨਾ ਮਿਲੀ। 7 ਦਿਨਾਂ ਬਾਅਦ ਉਸ ਔਰਤ ਦੀ ਲਾਸ਼ ਉਹਨਾਂ ਦੇ ਹੀ ਪਿੰਡ ਦੇ ਛੱਪੜ ਵਿੱਚੋਂ ਮਿਲੀ ਸੀ। ਇਸ ਵਾਰ ਉਹਨਾਂ ਬਦਮਾਸ਼ਾਂ ਨੇ ਇਸ ਵਿਚਾਰੀ ਔਰਤ ਨੂੰ ਜਾਨੋਂ ਹੀ ਮਾਰ ਦਿੱਤਾ ਸੀ, ਕਿਉਂਕਿ ਇਸ ਵਾਰ ਰੌਲਾ ਰੱਪਾ ਬਹੁਤ ਪੈ ਗਿਆ ਸੀ। ਉਸ ਔਰਤ ਦੇ ਅੰਗਾਂ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਸੀ। ਉਸ ਦਾ ਸਰੀਰ ਦੇਖਣ ਦੇ ਵੀ ਲਾਇਕ ਨਹੀਂ ਸੀ, ਪਰ ਫਿਰ ਵੀ ਪੁਲਿਸ ਉਸ ਦੇ ਸਰੀਰ ਦੇ ਲੋਥੜਿਆਂ ਨੂੰ ਇੱਕ ਚਾਦਰ ਵਿੱਚ ਬੰਨ੍ਹ ਕੇ ਲੈ ਗਈ ਸੀ। ਉਹ ਕਹਿੰਦੇ ਸਨ ਕਿ ਪਹਿਲਾਂ ਇਸ ਦਾ ਪੋਸਟਮਾਰਟਮ ਹੋਵੇਗਾ ਅਤੇ ਫਿਰ ਤੁਸੀਂ ਇਸ ਦਾ ਅੰਤਮ ਸੰਸਕਾਰ ਕਰ ਲੈਣਾ। ਆਸ-ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਪੁਲਿਸ ਦੀ ਇਸ ਹਰਕਤ ਦਾ ਵਿਰੋਧ ਕਰ ਰਹੇ ਸਨ। ਉਹ ਕਹਿੰਦੇ ਸਨ ਕਿ ਹੁਣ ਇਸ ਦੇ ਸਰੀਰ ਵਿੱਚ ਪੋਸਟਮਾਰਟਮ ਕਰਨ ਨੂੰ ਹੈ ਹੀ ਕੀ,
ਥਾਂ ਥਾਂ ਤੋਂ ਤਾਂ ਉਹ ਪਹਿਲਾਂ ਹੀ ਚੀਰ-ਫਾੜ ਕੀਤੀ ਹੋਈ ਹੈ, ਪਰ ਪੁਲਿਸ ਨੇ ਲੋਕਾਂ ਦੀ ਇੱਕ ਨਾ ਸੁਣੀ ਅਤੇ ਉਹਨਾਂ ਦੀਆਂ ਲੋਥਾਂ ਨੂੰ ਅਤੇ ਉਹਨਾਂ ਲੋਥੜਿਆਂ ਨੂੰ ਚੁੱਕ ਕੇ ਲੈ ਗਏ। ਦੂਜੇ ਦਿਨ ਸ਼ਾਮ ਨੂੰ ਪੋਸਟਮਾਰਟਮ ਦੀ ਰਿਪੋਰਟ ਦੇ ਨਾਲ ਉਸ ਵਿਚਾਰੀ ਔਰਤ ਦੀ ਲਾਸ਼ ਆਈ ਅਤੇ ਰਿਪੋਰਟ ਵਿੱਚ ਲਿਖਿਆ ਸੀ ਕਿ ਇਹ ਕਤਲ ਨਿੱਜੀ ਦੁਸ਼ਮਣੀ ਦੇ ਕਾਰਨ ਹੋਇਆ ਅਤੇ ਕਿਸੇ ਤੇਜ਼ ਹਥਿਆਰ ਨਾਲ ਮ੍ਰਿਤਕਾ ਦੀ ਮੌਤ ਹੋਈ ਹੈ। ਪੁਲਿਸ ਇਸ ਦੀ ਇਨਕੁਆਇਰੀ ਕਰੇਗੀ, ਪਰ ਲੋਕ ਜਾਣਦੇ ਸਨ ਕਿ ਇਸ ਦਾ ਬਲਾਤਕਾਰ ਹੋਇਆ ਅਤੇ ਇਸ ਦੀਆਂ ਛਾਤੀਆਂ ਅਤੇ ਮੂੰਹ ਨੂੰ ਜਾਨਵਰਾਂ ਵਾਂਗ ਖਾਧਾ ਗਿਆ। ਪਰ ਲੋਕਾਂ ਦੀ ਕੌਣ ਸੁਣੇ? ਸਖਤੇ ਦਾ ਸੱਤੀ ਵੀ ਹੀ 100 ਹੁੰਦਾ। ਕਾਤਲਾਂ ਦੇ ਪਿੱਛੇ ਸਿਆਸੀ ਲੋਕ ਖੜੇ ਸਨ, ਇਸ ਲਈ ਕਿਸੇ ਨੇ ਕਿਸੇ ਦੀ ਆਵਾਜ਼ ਨਾ ਸੁਣੀ। ਇਸ ਭੈੜੇ ਹਾਦਸੇ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਹਾਹਾਕਾਰ ਮੱਚੀ ਹੋਈ ਸੀ। ਲੋਕਾਂ ਦੀਆਂ ਔਰਤਾਂ ਸੁਰੱਖਿਅਤ ਨਹੀਂ ਸਨ। ਇਕੱਲੀ ਕਹਿਰੀ ਔਰਤ ਬਾਹਰ ਜਾਣ ਤੋਂ ਡਰਦੀ ਸੀ। ਲੋਕ ਰਿਸ਼ਤੇਦਾਰੀਆਂ ਵਿੱਚ ਜਾਣ ਲੱਗਿਆਂ ਜਾਂ ਬਾਜ਼ਾਰ ਜਾਣ ਲੱਗਿਆਂ ਆਪਣੀਆਂ ਔਰਤਾਂ ਨੂੰ ਨਾਲ ਨਹੀਂ ਲਿਜਾਂਦੇ ਸਨ। ਹਰ ਵੇਲੇ ਡਰ ਬਣਿਆ ਰਹਿੰਦਾ ਸੀ। ਇਸ ਖਬਰ ਨਾਲ ਲਾਲੀ ਦੀ ਮਾਂ ਨੂੰ ਵੀ ਬਹੁਤ ਦੁੱਖ ਹੋਇਆ ਸੀ। ਉਹ ਹਰ ਰੋਜ਼ ਲਾਲੀ ਨੂੰ ਆਪਣੇ ਸਕੂਟਰ ਉੱਤੇ ਆਪ ਛੱਡ ਕੇ ਆਉਂਦੀ ਸੀ ਅਤੇ ਆਪ ਹੀ ਲੈ ਕੇ ਆਉਂਦੀ ਸੀ। ਉਸ ਦੇ ਸਕੂਟਰ ਦੇ ਹੈਂਡਲ ਨਾਲ ਹਰ ਵੇਲੇ ਇੱਕ 3 ਫੁੱਟੀ ਤਲਵਾਰ ਰੱਖੀ ਹੁੰਦੀ ਸੀ। ਉਹ ਗੱਤਕੇ ਦੀ ਪੱਕੀ ਖਿਡਾਰਨ ਸੀ ਅਤੇ ਜੂਡੋ ਕਰਾਟੇ ਵੀ ਬਹੁਤ ਵਧੀਆ ਖੇਡ ਲੈਂਦੀ ਸੀ। ਰੱਬ ਨਾ ਕਰੇ ਜੇ ਉਸ ਦਾ ਬਦਮਾਸ਼ਾਂ ਨਾਲ ਵਾਹ ਪੈ ਵੀ ਜਾਏ ਤਾਂ ਉਹ 10-12 ਬੰਦਿਆਂ ਨੂੰ ਤਾਂ ਧਰਤੀ ਉੱਤੇ ਆਰਾਮ ਨਾਲ ਲਿਟਾ ਸਕਦੀ ਸੀ। ਲਾਲੀ ਦੀ ਮਾਂ ਪ੍ਰਨੀਤ ਨੇ ਆਪਣੇ ਪਤੀ ਦੀ ਇਜਾਜ਼ਤ ਨਾਲ ਸਰਕਾਰੀ ਸਕੂਲ ਦੇ ਗਰਾਊਂਡ ਵਿੱਚ ਸ਼ਾਮ ਨੂੰ ਜੂਡੋ ਕਰਾਟੇ ਅਤੇ ਗੱਤਕਾ ਸਿਖਾਉਣ ਦੀ ਕਲਾਸ ਸ਼ੁਰੂ ਕਰ ਦਿੱਤੀ, ਜਿਸ ਵਿੱਚ ਔਰਤਾਂ ਨੂੰ ਗੱਤਕਾ ਤੇ ਕਰਾਟੇ ਸਿਖਲਾਈ ਦਿੱਤੀ ਜਾਣੀ ਸੀ। ਅਜੈਬ ਸਿੰਘ ਨੇ ਰਿਕਸ਼ੇ ਉੱਤੇ ਸਪੀਕਰ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਮੁਨਿਆਦੀ ਕਰਵਾ ਦਿੱਤੀ ਸੀ ਕਿ ਸੁਣੋ ਔਰਤਾਂ ਦੀ ਸਵੈ ਰੱਖਿਆ ਦਾ ਪੈਗਾਮ। ਸਰਕਾਰੀ ਸਕੂਲ ਦੇ ਗਰਾਊਂਡ ਵਿੱਚ ਹਰ ਰੋਜ਼ ਸ਼ਾਮ ਨੂੰ ਔਰਤਾਂ ਤੇ ਨੌਜਵਾਨ ਕੁੜੀਆਂ ਦੀ ਸਰੀਰਕ ਸੁਰੱਖਿਆ ਵਾਸਤੇ ਸਰਦਾਰਨੀ ਪ੍ਰਨੀਤ ਕੌਰ ਬਰਾੜ ਵੱਲੋਂ ਕਰਾਟੇ ਤੇ ਗੱਤਕੇ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਵਿੱਚ ਹਰ ਵਰਗ ਦੀ ਔਰਤ ਤੇ ਲੜਕੀ ਨੂੰ ਕਰਾਟੇ ਤੇ ਗੱਤਕਾ ਸਿਖਾਇਆ ਜਾਵੇਗਾ। ਵੱਧ ਤੋਂ ਵੱਧ ਭੈਣਾਂ ਮਾਤਾਵਾਂ ਆ ਕੇ ਕਰਾਟੇ ਤੇ ਗੱਤਕਾ ਸਿੱਖੋ ਅਤੇ ਆਪਣੀ ਰੱਖਿਆ ਆਪ ਕਰੋ। ਕਿਸੇ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਇਹ ਬੁਨਿਆਦੀ ਸੁਣ ਕੇ ਸਾਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਅਤੇ ਬਹੁਤ ਸਾਰੀਆਂ ਔਰਤਾਂ ਅਤੇ ਨੌਜਵਾਨ ਲੜਕੀਆਂ ਕਰਾਟੇ ਤੇ ਗੱਤਕਾ ਸਿੱਖਣ ਵਾਸਤੇ ਸਰਕਾਰੀ ਸਕੂਲ ਦੇ ਗਰਾਊਂਡ ਵਿੱਚ ਉਤਰ ਆਈਆਂ ਸਨ। ਸ਼ੁਰੂ ਵਿੱਚ ਲੰਬੇ ਘੂੰਘਟ ਵਾਲੀਆਂ ਔਰਤਾਂ ਨੂੰ ਕਰਾਟੇ ਤੇ ਗੱਤਕਾ ਸਿੱਖਣ ਲੱਗਿਆਂ ਮੁਸ਼ਕਲ ਆਉਂਦੀ ਸੀ ਅਤੇ ਕੁਝ ਕੁ ਔਰਤਾਂ ਘੂੰਘਟ ਕਰਕੇ ਸਿੱਖਣ ਨਹੀਂ ਆਉਂਦੀਆਂ ਸਨ। ਪਰ ਬਾਅਦ ਵਿੱਚ ਉਸ ਦਾ ਹੱਲ ਇਹ ਕੱਢਿਆ ਗਿਆ ਕਿ ਸਕੂਲ ਦੀਆਂ ਕੰਧਾਂ ਉੱਤੇ ਬੈਠ ਕੇ ਕੋਈ ਵੀ ਮਰਦ ਇਸ ਸਿਖਲਾਈ ਨੂੰ ਨਾ ਦੇਖੇ। ਐਸਾ ਹੀ ਹੋਇਆ ਅਤੇ ਜਿਸ ਨਾਲ ਔਰਤਾਂ ਆਪਣਾ ਘੂੰਘਟ ਹਟਾ ਕੇ ਆਪਣੀ ਸਿਖਲਾਈ ਪੂਰੀ ਕਰਨ ਲੱਗੀਆਂ। ਸ਼ਹਿਰ ਦੇ ਮੋਹਤਵਾਰ ਬੰਦਿਆਂ ਨੇ SSP ਕੋਲੋਂ ਆਰਡਰ ਕਰਵਾ ਲਏ ਸਨ ਕਿ ਹਰ ਰੋਜ਼ ਸ਼ਾਮ ਨੂੰ
ਪੁਲਿਸ ਦੀ ਇੱਕ ਗੱਡੀ ਔਰਤਾਂ ਦੀ ਸਿਖਲਾਈ ਵੇਲੇ ਸਕੂਲ ਦੇ ਗਰਾਊਂਡ ਕੋਲ ਖੜੀ ਰਹੇ, ਜਿਸ ਨਾਲ ਉਹਨਾਂ ਦੀ ਸਿਖਲਾਈ ਵਿੱਚ ਕੋਈ ਵਿਘਨ ਨਾ ਪਵੇ। ਸ਼ਾਮ ਵੇਲੇ ਸਕੂਲ ਦਾ ਗਰਾਊਂਡ ਔਰਤਾਂ ਨਾਲ ਭਰ ਜਾਂਦਾ ਸੀ। ਬਹੁਤ ਸਾਰੇ ਮਰਦ ਆਪਣੀਆਂ ਔਰਤਾਂ ਨੂੰ ਸਕੂਟਰ ਉੱਤੇ ਬਿਠਾ ਕੇ ਆਪ ਛੱਡ ਕੇ ਜਾਂਦੇ ਸਨ ਅਤੇ ਆਪ ਦੂਰ ਜਾ ਕੇ ਬੈਠ ਜਾਂਦੇ ਸਨ। ਹੁਣ ਤਾਂ ਆਸ-ਪਾਸ ਦੇ ਪਿੰਡਾਂ ਵਿੱਚੋਂ ਵੀ ਬਹੁਤ ਸਾਰੇ ਸਰਦਾਰ ਤੇ ਚੌਧਰੀ ਆਪਣੀਆਂ ਕਾਰਾਂ, ਜੀਪਾਂ ਤੇ ਮੋਟਰਸਾਈਕਲਾਂ ਉੱਤੇ ਬਿਠਾ ਕੇ ਆਪਣੀਆਂ ਧੀਆਂ ਨੂੰ ਲੈ ਕੇ ਆਉਂਦੇ ਸਨ ਅਤੇ ਕਰਾਟੇ ਅਤੇ ਗੱਤਕੇ ਦੀ ਸਿਖਲਾਈ ਦਿਵਾਉਂਦੇ ਸਨ। ਬਰਾੜ ਪਰਿਵਾਰ ਇੱਕ ਵਾਰ ਫਿਰ ਆਪਣੇ ਇਲਾਕੇ ਵਿੱਚ ਛਾ ਗਿਆ ਸੀ। ਲੋਕ ਜ਼ਬਾਨੋ ਜ਼ਬਾਨੀ ਕਹਿ ਰਹੇ ਸਨ ਕਿ ਸਰਦਾਰ ਅਜਾਇਬ ਸਿੰਘ ਜਨਤਕ ਕੰਮਾਂ ਵਾਸਤੇ ਹਮੇਸ਼ਾ ਹੀ ਅੱਗੇ ਹੋ ਕੇ ਰਹਿੰਦਾ ਹੈ। ਗੱਤਕੇ ਤੇ ਕਰਾਟੇ ਦੀ ਸਿਖਲਾਈ 1.5 ਮਹੀਨਾ ਚੱਲੀ ਸੀ ਅਤੇ ਹੁਣ ਔਰਤਾਂ ਤੇ ਲੜਕੀਆਂ ਆਪਣੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋ ਗਈਆਂ ਸਨ। ਬਹੁਤ ਸਾਰੀਆਂ ਕੁੜੀਆਂ ਬੁੜੀਆਂ ਆਪਣੇ ਘਰਾਂ ਵਿੱਚ ਹੀ ਪ੍ਰੈਕਟਿਸ ਕਰਦੀਆਂ ਸਨ। ਪ੍ਰਨੀਤ ਇਸ ਸਖਤ ਮਿਹਨਤ ਤੋਂ ਬਾਅਦ ਬਹੁਤ ਫਰਤੀਲੀ ਅਤੇ ਪਹਿਲਾਂ ਨਾਲੋਂ ਹੋਰ ਵੀ ਸੋਹਣੀ ਹੋ ਗਈ ਸੀ। ਉਸ ਦਾ ਸਰੀਰ ਹੋਰ ਨਿਖਰ ਆਇਆ ਸੀ ਅਤੇ ਉਸ ਦੇ ਜੋੜਾਂ ਵਿੱਚ ਰਹਿਣ ਵਾਲਾ ਦਰਦ ਵੀ ਗਾਇਬ ਹੋ ਗਿਆ ਸੀ। ਹੁਣ ਤਾਂ ਲਾਲੀ ਵੀ ਕਰਾਟੇ ਦੇ ਗੱਤਕੇ ਵਿੱਚ ਮਾਹਰ ਹੋ ਗਈ ਸੀ, ਪਰ ਫਿਰ ਵੀ ਪ੍ਰਨੀਤ ਆਪਣੀ ਧੀ ਲਾਲੀ ਨੂੰ ਆਪ ਸਕੂਲ ਛੱਡ ਕੇ ਆਉਂਦੀ ਸੀ। ਉਸ ਤੋਂ ਬਾਅਦ ਪੂਰੇ ਗੰਗਾਨਗਰ ਜ਼ਿਲ੍ਹੇ ਵਿੱਚ ਔਰਤਾਂ ਵਾਲੀ ਕੋਈ ਵਾਰਦਾਤ ਨਹੀਂ ਹੋਈ। ਲੋਕ ਚੌਕੰਨੇ ਹੋ ਗਏ ਸਨ ਅਤੇ ਹਰ ਵੇਲੇ ਆਸੇ-ਪਾਸੇ ਦੀ ਨਿਗਰਾਨੀ ਰੱਖਦੇ ਸਨ। ਜੰਗਲ ਪਾਣੀ ਜਾਣ ਲੱਗੀਆਂ ਔਰਤਾਂ ਡਾਂਗਾਂ, ਸੋਟੇ ਅਤੇ ਦਾਤਰ ਆਪਣੇ ਨਾਲ ਰੱਖਦੀਆਂ ਸਨ। ਹਾਂ, ਜ਼ਮੀਨਾਂ ਦੇ ਕਬਜ਼ੇ ਦੀਆਂ ਇੱਕਾ-ਦੁੱਕਾ ਵਾਰਦਾਤਾਂ ਜ਼ਰੂਰ ਹੋਈਆਂ ਸਨ। ਹੁਣ ਲੋਕ ਦਿਸ਼ੇ ਦੀਆਂ ਧਮਕੀਆਂ ਦਾ ਡਟ ਕੇ ਮੁਕਾਬਲਾ ਕਰਦੇ ਸਨ, ਪਰ ਦਿਸ਼ੇ ਨੇ ਲੋਕਾਂ ਦੇ ਦਿਲਾਂ ਵਿੱਚ ਆਪਣਾ ਡਰ ਬਿਠਾਈ ਰੱਖਣ ਲਈ 1-2 ਬੰਦਿਆਂ ਦੀਆਂ ਲੱਤਾਂ ਬਾਹਾਂ ਵੱਢ ਦਿੱਤੀਆਂ ਸਨ ਤਾਂ ਕਿ ਲੋਕਾਂ ਦੇ ਦਿਲਾਂ ਵਿੱਚ ਉਸ ਦੀ ਦਹਿਸ਼ਤ ਬਣੀ ਰਹੇ। ਔਰਤਾਂ ਦੀ ਇੱਜ਼ਤ ਲੁੱਟ ਕੇ ਉਹਨਾਂ ਨੂੰ ਮਾਰਨ ਵਾਲੀ ਗੱਲ ਸਾਰੇ ਰਾਜਸਥਾਨ ਵਿੱਚ ਫੈਲੀ ਹੋਈ ਸੀ ਅਤੇ ਇਸ ਹਾਦਸੇ ਦਾ ਜ਼ਿੰਮੇਦਾਰ ਸਾਰੇ ਲੋਕ ਦਿਸ਼ੇ ਬਦਮਾਸ਼ ਨੂੰ ਹੀ ਸਮਝਦੇ ਸਨ। ਇੱਕ ਦਿਨ ਸਵੇਰੇ ਸਵੇਰੇ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਕਿ ਦਿਸ਼ਾ ਬਦਮਾਸ਼ ਮਾਰਿਆ ਗਿਆ। ਰਾਜਸਥਾਨ ਦੀਆਂ ਸਾਰੀਆਂ ਅਖਬਾਰਾਂ ਭਰੀਆਂ ਪਈਆਂ ਸਨ ਕਿ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਹਮਲੇ ਵਿੱਚ ਦਿਸ਼ਾ ਮਾਰਿਆ ਗਿਆ ਅਤੇ ਨਾਲੇ ਖਬਰਾਂ ਵਿੱਚ ਦਿਸ਼ੇ ਦੀਆਂ ਖੂਨ ਨਾਲ ਲੱਥਪੱਥ ਫੋਟੋਆਂ ਵੀ ਛਪੀਆਂ ਸਨ। ਇਹ ਸੁਣ ਕੇ ਤੇ ਦੇਖ ਕੇ ਸਾਰੇ ਲੋਕ ਅੰਦਰੋਂ ਅੰਦਰੀ ਦਿਸ਼ੇ ਦੇ ਮਰਨ ਉੱਤੇ ਖੁਸ਼ ਹੋ ਰਹੇ ਸਨ, ਪਰ ਸਰਕਾਰ ਤੋਂ ਡਰਦਾ ਹੋਇਆ ਕੋਈ ਵੀ ਬੰਦਾ ਆਪਣੀ ਖੁਸ਼ੀ ਜ਼ਾਹਰ ਨਹੀਂ ਕਰ ਰਿਹਾ ਸੀ। ਹੋਇਆ ਇਸ ਤਰ੍ਹਾਂ ਸੀ ਕਿ ਸ਼ਾਮ ਦੇ ਵੇਲੇ ਦਿਸ਼ਾ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਆਪਣੇ ਕੁਝ ਮਿੱਤਰਾਂ ਨਾਲ ਸ਼ਰਾਬ ਪੀ ਰਿਹਾ ਸੀ। 4 ਬੰਦੇ ਬੰਦੂਕਾਂ ਵਾਲੇ ਉਸਦੇ ਆਸੇ-ਪਾਸੇ ਖੜੇ ਸਨ। 2 ਬੰਦੇ ਵੱਡੇ ਦਰਵਾਜ਼ੇ ਤੇ ਖੜੇ ਸਨ ਅਤੇ 3-4 ਬੰਦੇ ਚੁਬਾਰੇ ਉੱਤੇ ਬੈਠੇ ਸ਼ਰਾਬ ਪੀ ਰਹੇ ਸਨ। ਪੁਲਿਸ ਦੀ ਭਰੀ ਹੋਈ ਇੱਕ ਜਿਪਸੀ ਕਾਰ ਅਤੇ ਇੱਕ ਜੀਪ ਆਈ। ਜਿਪਸੀ ਵਿੱਚ 6 ਪੁਲਿਸ ਵਾਲੇ ਸਨ, ਜਿਨ੍ਹਾਂ ਵਿੱਚੋਂ ਇੱਕ ਬੰਦਾ ਪੁਲਿਸ ਦੇ ਵੱਡੇ ਰੈਂਕ ਦਾ ਲੱਗਦਾ ਸੀ। ਉਸ ਦੀ ਵਰਦੀ ਦੇ ਸਟਾਰ ਦੱਸਦੇ ਸਨ ਕਿ ਇਹ ਰਾਜਸਥਾਨ ਪੁਲਿਸ ਦਾ ਡਾਇਰੈਕਟਰ ਹੈ ਅਤੇ ਬਾਕੀ ਸਾਰੇ ਪੁਲਿਸ ਵਾਲੇ ਕੁਝ ਪੱਗਾਂ ਵਾਲੇ ਸਨ ਅਤੇ ਕੁਝ ਮੋਨੇ ਸਨ। ਜਦ ਪੁਲਿਸ ਆਪਣੀਆਂ ਗੱਡੀਆਂ ਵਿੱਚੋਂ ਨਿਕਲੀ ਤਾਂ ਦਰਵਾਜ਼ੇ ਵਾਲੇ ਬੰਦਿਆਂ ਨੇ ਪੁਲਿਸ ਦਾ ਵੱਡਾ ਅਫਸਰ ਆਇਆ ਜਾਣ ਕੇ ਦਰਵਾਜ਼ਾ ਖੋਲ੍ਹ ਦਿੱਤਾ। ਸਾਰੀ ਪੁਲਿਸ ਅੰਦਰ ਚਲੀ ਗਈ ਅਤੇ 2 ਪੁਲਿਸ ਵਾਲੇ ਦਰਵਾਜ਼ੇ ਵਾਲੇ ਬੰਦਿਆਂ ਕੋਲੇ ਖੜੇ ਹੋ ਗਏ।
ਦਿਸ਼ੇ ਨੇ ਦੇਖਿਆ ਕਿ ਰਾਜਸਥਾਨ ਪੁਲਿਸ ਦਾ ਡਾਇਰੈਕਟਰ ਆਇਆ ਹੈ, ਤਾਂ ਉਹ ਦੇਖ ਕੇ ਖੜਾ ਹੋ ਗਿਆ ਤੇ ਹੱਥ ਮਿਲਾਇਆ। ਉਸਨੇ ਕਦੇ ਪੁਲਿਸ ਡਾਇਰੈਕਟਰ ਨੂੰ ਦੇਖਿਆ ਤਾਂ ਨਹੀਂ ਸੀ, ਪਰ ਉਸ ਨੂੰ ਪਤਾ ਸੀ ਕਿ ਰਾਜਸਥਾਨ ਪੁਲਿਸ ਦਾ ਡਾਇਰੈਕਟਰ ਇੱਕ ਸਰਦਾਰ ਹੈ ਅਤੇ ਬਹੁਤ ਸਾਰੇ ਬਿੱਲੇ ਲੱਗੇ ਦੇਖ ਕੇ ਉਸਨੇ ਇਹੀ ਸਮਝਿਆ ਸੀ। ਪੁਲਿਸ ਅਫਸਰ ਨੇ ਦਿਸ਼ੇ ਨਾਲ ਹੱਥ ਮਿਲਾ ਕੇ ਹਾਲ ਚਾਲ ਪੁੱਛਿਆ ਤੇ ਨਾਲ ਹੀ ਆਪਣੇ ਜਵਾਨਾਂ ਨੂੰ ਹੁਕਮ ਕੀਤਾ ਕਿ ਆਪਣੀਆਂ ਪੋਜੀਸ਼ਨਾਂ ਉੱਤੇ ਖੜੇ ਹੋ ਜਾਓ। ਦਿਸ਼ੇ ਨੇ ਕਿਹਾ, ਸਰਦਾਰ ਜੀ ਡਰਨ ਵਾਲੀ ਕੋਈ ਗੱਲ ਨਹੀਂ, ਸਾਡੀ ਸਿਕਿਉਰਿਟੀ ਬਹੁਤ ਸਖਤ ਹੈ। ਸਰਦਾਰ ਜੀ ਨੇ ਕਿਹਾ, ਨਹੀਂ ਦਿਸ਼ਾ ਭਾਜੀ, ਸਰਕਾਰੀ ਬੰਦਿਆਂ ਨੂੰ ਆਪਣੀ ਡਿਊਟੀ ਸੰਭਾਲਣੀ ਚਾਹੀਦੀ ਹੈ। ਦਿਸ਼ੇ ਨੇ ਕਿਹਾ, ਠੀਕ ਹੈ ਸਰਦਾਰ ਜੀ, ਜਿਵੇਂ ਤੁਹਾਡੀ ਮਰਜ਼ੀ। ਅਫਸਰ ਦੇ ਆਦੇਸ਼ ਨਾਲ 4 ਬੰਦੇ ਚੁਬਾਰੇ ਉੱਤੇ ਚਲੇ ਗਏ ਸਨ। 4 ਬੰਦੇ ਘਰ ਦੀਆਂ ਚੁੰਡਾਂ ਵਿੱਚ ਖੜੇ ਹੋ ਗਏ ਸਨ। ਬਾਕੀ ਜਿਪਸੀ ਵਾਲੇ ਸਾਰੇ ਬੰਦੇ ਉੱਥੇ ਹੀ ਦਿਸ਼ੇ ਦੇ ਬੰਦਿਆਂ ਦੇ ਨਾਲ ਹੋ ਕੇ ਖੜ ਗਏ ਸਨ। ਉਹਨਾਂ ਵਿੱਚੋਂ ਇੱਕ ਬੰਦਾ ਦਿਸ਼ੇ ਦੇ ਬਿਲਕੁਲ ਪਿੱਛੇ ਖੜਾ ਸੀ। ਦਿਸ਼ਾ ਖੁਸ਼ ਸੀ ਕਿ ਉਹ ਅੱਜ ਪੁਲਿਸ ਡਾਇਰੈਕਟਰ ਨਾਲ ਬੈਠ ਕੇ ਸ਼ਰਾਬ ਪੀਵੇਗਾ। 2 ਮਿੰਟ ਦੀ ਵਿਹਾਰੀ ਗੱਲ ਤੋਂ ਬਾਅਦ ਅਫਸਰ ਨੇ ਦਿਸ਼ੇ ਦੇ ਪਿਛਲੇ ਬੰਦੇ ਨੂੰ ਇਸ਼ਾਰਾ ਕੀਤਾ ਤਾਂ ਉਸਨੇ ਆਪਣੀ ਗਨ ਦਿਸ਼ੇ ਦੀ ਧੌਣ ਉੱਤੇ ਲਾ ਦਿੱਤੀ। ਇਹ ਦੇਖ ਕੇ ਅੱਖ ਦੀ ਫੁਰਤੀ ਜਿੰਨੇ ਚਿਰ ਵਿੱਚ ਸਾਰੇ ਪੁਲਿਸ ਵਾਲਿਆਂ ਨੇ ਦਿਸ਼ੇ ਦੇ ਸਾਰੇ ਬੰਦਿਆਂ ਨੂੰ ਕਬਜ਼ੇ ਵਿੱਚ ਕਰ ਲਿਆ। ਦਿਸ਼ੇ ਦੀ ਧੌਣ ਉੱਤੇ ਲੱਗੀ ਗਨ ਦੇਖ ਕੇ ਦਿਸ਼ੇ ਦੇ ਬੰਦਿਆਂ ਦੇ ਹੌਸਲੇ ਢਿੱਲੇ ਪੈ ਗਏ ਅਤੇ ਫਟਾਫਟ ਪੁਲਿਸ ਵਾਲਿਆਂ ਨੇ ਉਹਨਾਂ ਦੇ ਹਥਿਆਰ ਆਪਣੇ ਕਬਜ਼ੇ ਵਿੱਚ ਕਰ ਲਏ। ਸਾਰੇ ਘਰ ਵਿੱਚ ਚੀਕ ਚਿੰਗਾੜਾ ਪੈ ਗਿਆ। ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਔਰਤਾਂ ਨੂੰ ਅਲੱਗ ਕਮਰੇ ਵਿੱਚ ਬੰਦ ਕਰ ਦਿੱਤਾ। ਦਰਅਸਲ ਵਿੱਚ ਇਹ ਪੁਲਿਸ ਵਾਲੇ ਨਹੀਂ ਸਨ, ਇਹ ਪੰਜਾਬ ਦੇ ਖਾੜਕੂਆਂ ਦੀ ਇੱਕ ਟੋਲੀ ਸੀ ਜੋ ਛੱਪੜ ਵਾਲੀ ਔਰਤ ਦੇ ਹਾਦਸੇ ਤੋਂ ਬਾਅਦ ਦਿਸ਼ੇ ਦੇ ਮਗਰ ਲੱਗੀ ਹੋਈ ਸੀ ਅਤੇ ਇਸ ਨੂੰ ਮਾਰਨ ਵਾਸਤੇ ਇੱਕ ਚੰਗਾ ਮੌਕਾ ਲੱਭ ਰਹੀ ਸੀ। ਅਫਸਰ ਬਣੇ ਖਾੜਕੂਆਂ ਦੇ ਆਗੂ ਨੇ ਦਿਸ਼ੇ ਬਦਮਾਸ਼ ਦੇ ਸਾਰੇ ਕੱਪੜੇ ਉਤਰਵਾ ਲਏ ਅਤੇ ਉਸ ਦੇ ਸਰੀਰ ਉੱਤੇ ਇਕੱਲਾ ਕੱਛਾ ਹੀ ਰਹਿਣ ਦਿੱਤਾ। ਉਹਨਾਂ ਦੇ ਵਿਹੜੇ ਵਿੱਚ ਇੱਕ ਟਰੈਕਟਰ ਟਰਾਲੀ ਖੜਾ ਸੀ। ਖਾੜਕੂਆਂ ਨੇ ਉਸ ਦੇ ਦੁਆਲੇ ਦਿਸ਼ੇ ਦੇ ਗੇੜੇ ਲਗਵਾਏ ਅਤੇ ਹਰ ਗੇੜੇ ਤੋਂ ਬਾਅਦ ਉਸ ਦੀ ਪਿੱਠ ਉੱਤੇ ਇੱਕ ਡਾਂਗ ਮਾਰੀ ਜਾਂਦੀ ਸੀ। ਦਿਸ਼ਾ ਜਦੋਂ ਦਰਦ ਨਾਲ ਚੀਕਾਂ ਮਾਰਦਾ ਸੀ ਤਾਂ ਕਮਰੇ ਵਿੱਚ ਬੰਦ ਔਰਤਾਂ ਤੇ ਮਰਦ ਵੀ ਚੀਕਾਂ ਮਾਰਦੇ ਸਨ। ਪੂਰੇ ਘਰ ਦੇ ਵਿੱਚ ਚੀਕ ਚਿੰਗਾੜਾ ਪਿਆ ਹੋਇਆ ਸੀ। ਪਰ ਆਂਢ ਗੁਆਂਢ ਵਿੱਚੋਂ ਜਾਂ ਪਿੰਡ ਵਿੱਚੋਂ ਕੋਈ ਵੀ ਉਹਨਾਂ ਦੀ ਮਦਦ ਵਾਸਤੇ ਨਹੀਂ ਆ ਰਿਹਾ ਸੀ। ਲੋਕ ਦਿਸ਼ੇ ਦੇ ਜ਼ੁਲਮਾਂ ਤੋਂ ਤੰਗ ਸਨ ਅਤੇ ਉਹ ਚਾਹੁੰਦੇ ਸਨ ਕਿ ਕਿਸੇ ਤਰੀਕੇ ਨਾਲ ਦਿਸ਼ਾ ਖਤਮ ਹੋ ਜਾਏ। ਇਹ ਤਮਾਸ਼ਾ ਅੱਧਾ ਘੰਟਾ ਚੱਲਦਾ ਰਿਹਾ। ਜਦੋਂ ਦਿਸ਼ਾ ਭੱਜਦਾ ਹੌਲੀ ਹੁੰਦਾ ਸੀ ਤਾਂ ਖਾੜਕੂ ਉਸ ਦੇ ਉੱਤੇ ਡਾਂਗਾਂ ਦਾ ਮੀਂਹ ਵਰਾ ਦਿੰਦੇ ਸਨ ਤੇ ਦਿਸ਼ੇ ਦੀਆਂ ਚੀਕਾਂ ਹੋਰ ਤੇਜ਼ ਹੋ ਜਾਂਦੀਆਂ ਸਨ। ਫਿਰ ਖਾੜਕੂਆਂ ਨੇ ਦਿਸ਼ੇ ਨੂੰ ਲੰਮਾ ਪਾ ਕੇ ਉਸ ਦੀਆਂ ਛਾਤੀਆਂ ਤੇ ਅੱਖਾਂ ਦਾ ਮਾਸ ਜਮੂਰ ਨਾਲ ਜਾਂ ਪਲਾਸ ਨਾਲ ਖਿੱਚ ਕੇ ਤੋੜਿਆ। ਦਿਸ਼ੇ ਦੀਆਂ ਚੀਕਾਂ ਸੁਣੀਆਂ ਨਹੀਂ ਜਾਂਦੀਆਂ ਸਨ, ਪਰ ਮਾਰਨ ਵਾਲੇ ਬੰਦੇ ਦਿਸ਼ੇ ਨੂੰ ਗਾਲਾਂ ਕੱਢ ਰਹੇ ਸਨ ਅਤੇ ਕਹਿੰਦੇ ਸਨ ਕਿ ਵੱਡਿਆ ਬਦਮਾਸ਼ਾ, ਉਹਨਾਂ ਔਰਤਾਂ ਨੂੰ ਯਾਦ ਕਰ ਜਿਨ੍ਹਾਂ ਦਾ ਮਾਸ ਤੂੰ ਆਪਣੇ ਦੰਦਾਂ ਨਾਲ ਖਾਧਾ ਸੀ। ਖਾੜਕੂਆਂ ਨੇ ਦਿਸ਼ੇ ਦੇ 4-5 ਬਦਮਾਸ਼ਾਂ ਨੂੰ ਕਮਰੇ ਤੋਂ ਬਾਹਰ ਕੱਢ ਕੇ ਦਿਸ਼ੇ ਦੇ ਸਾਹਮਣੇ ਹੀ ਗੋਲੀ ਮਾਰ ਦਿੱਤਾ। ਫਿਰ ਉਹਨਾਂ ਨੇ ਦਿਸ਼ੇ ਦੀਆਂ ਲੱਤਾਂ ਰੱਸੇ ਨਾਲ ਬੰਨ੍ਹ ਕੇ ਆਪਣੀ ਜਿਪਸੀ ਦੇ ਮਗਰ ਬੰਨ੍ਹ ਲਿਆ ਅਤੇ ਪਿੰਡ ਤੋਂ ਬਾਹਰ ਇੱਕ ਛੱਪੜ ਕੋਲ ਲੈ ਜਾ ਕੇ ਦਿਸ਼ੇ ਦੀਆਂ ਦੋਨਾਂ ਅੱਖਾਂ ਵਿੱਚ ਗੋਲੀ ਮਾਰ ਦਿੱਤੀ ਅਤੇ ਉਸ ਨੂੰ ਛੱਪੜ ਦੇ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ।
ਇਸ ਤਰ੍ਹਾਂ ਪੁਲਿਸ ਦੇ ਭੇਖ ਵਿੱਚ ਆਏ ਖਾੜਕੂਆਂ ਨੇ ਇੱਕ ਪਾਪੀ ਨੂੰ ਮਾਰ ਕੇ ਧਰਤੀ ਮਾਂ ਦਾ ਭਾਰ ਹੌਲਾ ਕਰ ਦਿੱਤਾ। ਉਹ ਬੰਦੇ ਦੇ ਭੇਖ ਵਿੱਚ ਰਾਖਸ਼ ਸੀ, ਜਿਸ ਦੇ ਮਰਨ ਨਾਲ ਬਹੁਤ ਸਾਰੇ ਵਸਦੇ ਘਰ ਉਜੜਨ ਤੋਂ ਬਚ ਗਏ ਸਨ ਅਤੇ ਉਜੜੇ ਹੋਏ ਦੁਬਾਰਾ ਵਸ ਜਾਣੇ ਸਨ। ਉਹ ਜਿਪਸੀ ਵਾਲੇ ਪਤਾ ਨਹੀਂ ਕਿੱਧਰੋਂ ਆਏ ਸਨ ਅਤੇ ਵਾਰਦਾਤ ਕਰਕੇ ਪਤਾ ਨਹੀਂ ਕਿੱਧਰ ਚਲੇ ਗਏ। ਦੀਸ਼ੇ ਦੇ ਮਰਨ ਨਾਲ ਲੋਕਾਂ ਨੇ ਸਕੂਨ ਮਹਿਸੂਸ ਕੀਤਾ ਸੀ, ਪਰ ਸਰਕਾਰੀ ਮਸ਼ੀਨਰੀ ਦੀ ਹਲਚਲ ਬਹੁਤ ਤੇਜ਼ ਹੋ ਗਈ ਸੀ। ਅਖਬਾਰਾਂ ਵਿੱਚ ਰੋਜ਼ ਤਰ੍ਹਾਂ ਤਰ੍ਹਾਂ ਦੇ ਆਰਟੀਕਲ ਲਿਖੇ ਜਾ ਰਹੇ ਸਨ। ਗੌਰਮੈਂਟ ਰੋਜ਼ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੀ ਸੀ। ਪ੍ਰਸ਼ਾਸਨ ਉੱਤੇ ਸਰਕਾਰ ਦਾ ਦਬਾਅ ਵੱਧ ਰਿਹਾ ਸੀ ਤੇ ਪੁਲਿਸ ਤਰ੍ਹਾਂ ਤਰ੍ਹਾਂ ਦੇ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਸੀ। ਪੁਲਿਸ ਦੇ ਸਾਇਰਨਾਂ ਵਾਲੀਆਂ ਗੱਡੀਆਂ ਟੂੰ ਟੂੰ ਕਰਦੀਆਂ ਇੱਧਰ ਉੱਧਰ ਭੱਜੀਆਂ ਫਿਰਦੀਆਂ ਸਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਦੁੱਖ ਹੁੰਦਾ ਸੀ ਤੇ ਕਹਿੰਦੇ ਸਨ, ਦੇਖ ਲਓ ਬਈ, ਸਰਕਾਰ ਵੀ ਤਕੜਿਆਂ ਦੀ ਹੁੰਦੀ ਹੈ। ਜਦੋਂ ਗਰੀਬ ਔਰਤਾਂ ਮਰੀਆਂ ਸਨ ਤਾਂ ਸਰਕਾਰ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਹੁਣ ਇੱਕ ਪੈਸੇ ਵਾਲਾ ਬੰਦਾ ਮਰ ਗਿਆ ਤਾਂ ਸਰਕਾਰ ਨਾ ਦਿਨੇ ਸੌਂਦੀ ਹੈ ਤੇ ਨਾ ਰਾਤ ਨੂੰ ਸੌਂਦੀ ਹੈ। 10-12 ਦਿਨਾਂ ਦੀ ਭੱਜ ਦੌੜ ਤੋਂ ਬਾਅਦ ਪੁਲਿਸ ਨੇ ਕੁਝ ਪੰਜਾਬੀ ਮੁੰਡੇ ਗ੍ਰਿਫਤਾਰ ਕੀਤੇ ਸਨ। 1-2 ਮੁੰਡੇ ਸਾਹ ਪੀਣੀ ਦੇ ਨਾਲ ਲੱਗਦੇ ਇੱਕ ਪਿੰਡ ਵਿੱਚੋਂ ਚੁੱਕੇ ਸਨ ਅਤੇ ਇੱਕ ਮੁੰਡਾ ਮਟੀਲੀ ਦੇ ਨਾਲ ਲੱਗਦੇ ਇੱਕ ਪੰਜਾਬੀ ਆਸ਼ਰਮ ਵਿੱਚੋਂ ਚੁੱਕਿਆ ਸੀ ਅਤੇ ਹੋਰ ਕਈ ਥਾਵਾਂ ਤੋਂ ਨੌਜਵਾਨ ਮੁੰਡਿਆਂ ਨੂੰ ਵੀ ਚੁੱਕਿਆ ਗਿਆ ਸੀਗਾ, ਜਿਨ੍ਹਾਂ ਦੀ ਪੰਜਾਬ ਵਿੱਚ ਰਿਸ਼ਤੇਦਾਰੀ ਸੀ। ਤੇ ਹੁਣੇ 2-4 ਦਿਨਾਂ ਵਿੱਚ ਜਿਨ੍ਹਾਂ ਘਰਾਂ ਵਿੱਚ ਪੰਜਾਬੋਂ ਆਏ ਰਿਸ਼ਤੇਦਾਰ ਆ ਕੇ ਮਿਲ ਕੇ ਗਏ ਸਨ। ਅਖਬਾਰਾਂ ਵਿੱਚ ਖਬਰਾਂ ਛਪੀਆਂ ਸਨ ਕਿ ਪੁਲਿਸ ਨੇ ਇਸ ਕੇਸ ਨਾਲ ਸੰਬੰਧਿਤ 20 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀਆਂ ਤੋਂ ਬਾਅਦ ਕੁਝ ਠੰਡ ਹੋ ਗਈ, ਪਰ ਪੰਜਾਬੀਆਂ ਦੇ ਕਈ ਘਰਾਂ ਵਿੱਚ ਰੋਣੇ ਪਿੱਟਣੇ ਪਏ ਹੋਏ ਸਨ, ਕਿਉਂਕਿ ਉਹਨਾਂ ਦੇ ਨੌਜਵਾਨ ਮੁੰਡਿਆਂ ਨੂੰ ਪੁਲਿਸ ਨੇ ਖੇਤਾਂ ਵਿੱਚੋਂ ਕੰਮ ਕਰਦਿਆਂ ਨੂੰ ਚੁੱਕਿਆ ਸੀ ਤੇ ਵਾਰਦਾਤ ਵਾਲੇ ਦਿਨ ਉਹ ਆਪੋ ਆਪਣੇ ਘਰਾਂ ਵਿੱਚ ਹੀ ਸਨ। ਇਸ ਗੱਲ ਦਾ ਸਬੂਤ ਉਹਨਾਂ ਦੇ ਪਿੰਡਾਂ ਦੇ ਲੋਕ ਦੇਣ ਵਾਸਤੇ ਤਿਆਰ ਸਨ, ਪਰ ਪੁਲਿਸ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਹੀ ਸੀ ਅਤੇ ਉਹ ਪੰਜਾਬੀ ਮੁੰਡਿਆਂ ਨੂੰ ਜਲਾਦਾਂ ਵਾਂਗ ਕੋਹ ਕੇ ਕੁੱਟ ਮਾਰ ਰਹੀ ਸੀ। ਹੁਣ ਦੀਸ਼ੇ ਬਦਮਾਸ਼ ਦਾ ਕਤਲ ਪੂਰੀ ਤਰ੍ਹਾਂ ਪੰਜਾਬ ਦੇ ਖਾੜਕੂਆਂ ਦੇ ਨਾਮ ਨਾਲ ਜੁੜ ਗਿਆ ਸੀ। ਕਈ ਰਾਜਨੀਤਿਕ ਲੋਕ ਅਤੇ ਸਿੱਖਾਂ ਨੂੰ ਨਫ਼ਰਤ ਕਰਨ ਵਾਲੇ ਕੱਟੜਵਾਦੀ ਹਿੰਦੂ ਲੋਕ ਰਾਜਸਥਾਨ ਦੇ ਸਿੱਖਾਂ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾ ਰਹੇ ਸਨ ਅਤੇ ਰਾਜਸਥਾਨ ਦੇ ਇਸ ਇਲਾਕੇ ਦਾ ਮਾਹੌਲ ਖਰਾਬ ਕਰ ਰਹੇ ਸਨ। ਹਰ ਸਿੱਖ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਸੀ ਅਤੇ ਕੁਝ ਲੋਕ ਇਸ ਬਹਾਨੇ ਸਿੱਖਾਂ ਨਾਲ ਆਪਣੀਆਂ ਪੁਰਾਣੀਆਂ ਰੰਜਿਸ਼ਾਂ ਵੀ ਕੱਢ ਰਹੇ ਸਨ। ਸਰਦਾਰ ਅਜੈਬ ਸਿੰਘ ਦੇ ਕੁਝ ਵਿਰੋਧੀਆਂ ਨੇ ਉਸ ਨੂੰ ਇਸ ਮਾਹੌਲ ਵਿੱਚ ਘਸੀਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੀ ਲਿਆਕਤ ਅਤੇ ਸਿਆਸੀ ਜਾਣਕਾਰੀ ਨੇ ਦੋਖੀਆਂ ਦੀ ਪੇਸ਼ ਨਾ ਜਾਣ ਦਿੱਤੀ। ਸਰਦਾਰ ਅਜੈਬ ਸਿੰਘ ਆਪਣੇ ਇਲਾਕੇ ਦਾ ਸਾਫ਼ ਸੁਥਰਾ ਅਤੇ ਇਮਾਨਦਾਰ ਆਦਮੀ ਸੀ, ਪਰ ਸਿੱਖੀ ਵਿੱਚ ਉਹ ਸਿਰ ਤੋਂ ਪੈਰਾਂ ਵਿੱਚ ਰੰਗਿਆ ਹੋਇਆ ਸੀ। ਉਸ ਦੇ ਸ਼ਹਿਰ ਦੇ ਲੋਕ ਉਸ ਦੀ ਹਰ ਪੱਖੋਂ ਕਸਮ ਖਾਣ ਨੂੰ ਤਿਆਰ ਸਨ। ਠੇਕੇਦਾਰਾਂ ਸਮੇਤ ਸ਼ਹਿਰ ਦੇ ਸਾਰੇ ਅਮੀਰ ਬੰਦੇ ਜੈਪੁਰ ਤੋਂ ਦਿੱਲੀ ਤੱਕ ਆਪਣੀ ਪਹੁੰਚ ਰੱਖਦੇ ਸਨ
ਅਤੇ ਉਹ ਦਿਨ ਰਾਤ ਸਰਦਾਰ ਅਜੈਬ ਸਿੰਘ ਬਰਾੜ ਦੇ ਨਾਲ ਖੜੇ ਸਨ। ਆਮ ਲੋਕਾਂ ਦੀ ਪੁੱਛਤਾਛ ਤੋਂ ਵੀ ਉਹਨਾਂ ਦੇ ਮੂੰਹ ਸਰਦਾਰ ਅਜੈਬ ਸਿੰਘ ਵਾਸਤੇ ਦੁਆਵਾਂ ਹੀ ਨਿਕਲਦੀਆਂ ਸਨ। ਲਾਲੀ ਨੇ 12ਵੀਂ ਪੂਰੀ ਕਰ ਲਈ ਸੀ ਤੇ ਹੁਣ ਉਸ ਦੀ ਅਗਲੀ ਪੜ੍ਹਾਈ ਦੀ ਮਾਪਿਆਂ ਨੂੰ ਚਿੰਤਾ ਹੋਣ ਲੱਗੀ ਸੀ। ਜੱਸੀ 12ਵੀਂ ਕਰਕੇ ਪਟਿਆਲੇ ਦੇ ਰਜਿੰਦਰਾ ਕਾਲਜ ਵਿੱਚ ਚਲੀ ਗਈ ਸੀ। ਲਾਲੀ ਨੂੰ ਇੱਕ ਦਿਨ ਜੱਸੀ ਦੀ ਚਿੱਠੀ ਆਈ। ਉਸਨੇ ਲਿਖਿਆ ਸੀ ਕਿ ਮਨਿੰਦਰ ਪੜ੍ਹਨ ਵਾਸਤੇ ਚੰਡੀਗੜ੍ਹ ਚਲਿਆ ਗਿਆ। ਲਾਲੀ ਦਾ ਵੀ ਦਿਲ ਕਰਦਾ ਸੀ ਕਿ ਉਹ ਚੰਡੀਗੜ੍ਹ ਚਲੀ ਜਾਏ ਪੜ੍ਹਨ ਵਾਸਤੇ, ਪਰ ਉਸ ਨੂੰ ਪਤਾ ਸੀ ਕਿ ਇਸ ਵਾਸਤੇ ਘਰਦਿਆਂ ਨੇ ਇਜਾਜ਼ਤ ਨਹੀਂ ਦੇਣੀ। ਲਾਲੀ ਨੇ ਆਪੇ ਹੀ ਚੰਡੀਗੜ੍ਹ ਨੂੰ ਕੈਂਸਲ ਕਰਕੇ ਸੋਚਿਆ ਕਿ ਚਲੋ ਮਨਿੰਦਰ ਦੀਆਂ ਯਾਦਾਂ ਨਾਲ ਹੀ ਜੀ ਲੈਂਦੀਆਂ। ਇਸ ਲਈ ਉਸਨੇ ਇੱਕ ਦਿਨ ਆਪਣੀ ਮਾਂ ਨੂੰ ਆਖਿਆ, ਮਾਂ, ਮੈਂ ਆਪਣੀ ਅਗਲੀ ਪੜ੍ਹਾਈ ਡੱਬਵਾਲੀ ਦੇ ਗੁਰੂ ਨਾਨਕ ਕਾਲਜ ਵਿੱਚ ਕਰਨਾ ਚਾਹੁੰਦੀ ਹਾਂ। ਉਸੇ ਰਾਤ ਹੀ ਪ੍ਰਨੀਤ ਨੇ ਆਪਣੇ ਘਰ ਵਾਲੇ ਨਾਲ ਲਾਲੀ ਦੀ ਅਗਲੀ ਪੜ੍ਹਾਈ ਦੀ ਗੱਲ ਕੀਤੀ ਤੇ ਨਾਲੇ ਆਖਿਆ ਕਿ ਲਾਲੀ ਡੱਬਵਾਲੀ ਪੜ੍ਹਨਾ ਚਾਹੁੰਦੀ ਹੈ। ਪਹਿਲਾਂ ਤਾਂ ਉਹਨਾਂ ਨੇ ਵਿਚਾਰ ਕੀਤੀ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ, ਲਾਲੀ ਨੂੰ ਡੱਬਵਾਲੀ ਨਾ ਭੇਜੀਏ, ਪਰ ਰਾਜਸਥਾਨ ਦਾ ਮਾਹੌਲ ਦੇਖ ਕੇ ਉਹਨਾਂ ਨੇ ਲਾਲੀ ਨੂੰ ਡੱਬਵਾਲੀ ਭੇਜਣਾ ਹੀ ਚੰਗਾ ਸਮਝਿਆ ਅਤੇ ਨਾਲੇ ਮਾਮਿਆਂ ਦੀ ਨਿਗਰਾਨੀ ਵਿੱਚ ਰਹੇਗੀ। ਲਾਲੀ ਮਨਿੰਦਰ ਦੇ ਮਗਰ ਚੰਡੀਗੜ੍ਹ ਤਾਂ ਨਹੀਂ ਜਾ ਸਕਦੀ ਸੀ, ਪਰ ਉਹ ਡੱਬਵਾਲੀ ਵਿੱਚ ਹੀ 2-3 ਸਾਲ ਲਾ ਕੇ ਮਨਿੰਦਰ ਦੀ ਉੱਥੇ ਹੀ ਉਡੀਕ ਕਰਨਾ ਚਾਹੁੰਦੀ ਸੀ। ਉਸ ਨੂੰ ਪੱਕੀ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਮਨਿੰਦਰ ਉਸ ਨੂੰ ਇੱਥੇ ਜ਼ਰੂਰ ਮਿਲੇਗਾ ਅਤੇ ਨਾਲੇ ਕੋਈ ਨਾ ਕੋਈ ਸੁੱਖ ਸੁਨੇਹਾ ਮਿਲਣਾ ਵੀ ਸੌਖਾ ਸੀ। ਲਾਲੀ ਮਨਿੰਦਰ ਨਾਲ ਦਿਲ ਤੋਂ ਜੁੜ ਚੁੱਕੀ ਸੀ। ਉਹ ਸਮਝਦੀ ਸੀ ਕਿ ਸਰੀਰ ਦੀਆਂ ਦੂਰੀਆਂ ਕੋਈ ਦੂਰੀਆਂ ਨਹੀਂ ਹੁੰਦੀਆਂ, ਬਸ ਆਪਣੇ ਪਿਆਰੇ ਨਾਲ ਆਤਮਾ ਜੁੜੀ ਹੋਣੀ ਚਾਹੀਦੀ ਹੈ। ਆਤਮਾ ਦਾ ਪਿਆਰ ਹੀ ਅਮਰ ਹੈ ਅਤੇ ਮੇਰਾ ਇਹ ਸੱਚਾ ਪਿਆਰ ਮਨਿੰਦਰ ਨੂੰ ਇੱਕ ਦਿਨ ਮੇਰੇ ਕੋਲ ਜ਼ਰੂਰ ਲੈ ਕੇ ਆਵੇਗਾ। 12ਵੀਂ ਦੇ ਪੇਪਰ ਦੇਣ ਤੋਂ ਬਾਅਦ ਅਗਸਤ ਮਹੀਨੇ ਤੱਕ ਲਾਲੀ ਆਪਣੇ ਸ਼ਹਿਰ ਵਿੱਚ ਹੀ ਰਹੀ ਸੀ। ਜ਼ਿਆਦਾਤਰ ਉਹ ਆਪਣੇ ਘਰ ਵਿੱਚ ਹੀ ਰਹਿੰਦੀ ਸੀ, ਪਰ ਜਦੋਂ ਕਿਤੇ ਉਹ ਹਲਕੇ ਫਿੱਕੇ ਰੰਗ ਦੇ ਕੱਪੜੇ ਪਾ ਕੇ ਅਤੇ ਪੀਲੇ ਰੰਗ ਦੀ ਚੁੰਨੀ ਸਿਰ ਤੋਂ ਲੈ ਕੇ ਸਾਰੇ ਸਰੀਰ ਦੀ ਬੁੱਕਲ ਮਾਰ ਕੇ ਆਪਣੇ ਸਕੂਟਰ ਉੱਤੇ ਚੜ੍ਹ ਕੇ ਘਰੋਂ ਬਾਹਰ ਨਿਕਲਦੀ ਸੀ ਤਾਂ ਪੂਰੇ ਸ਼ਹਿਰ ਵਿੱਚ ਭੱਜ ਦੌੜ ਮੱਚ ਜਾਂਦੀ ਸੀ ਅਤੇ ਕੁਆਰੇ ਨੌਜਵਾਨਾਂ ਦੇ ਨਾਲ ਨਾਲ ਵਿਆਹੇ ਵਰਿਆਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੋ ਜਾਂਦੀਆਂ ਸਨ। ਵੈਸੇ ਵੀ ਲਾਲੀ ਹਲਕੇ ਫਿੱਕੇ ਰੰਗ ਦੇ ਕੱਪੜੇ ਹੀ ਪਾਉਂਦੀ ਸੀ। ਉਸ ਦਾ ਰੰਗ ਇੰਨਾ ਸਾਫ਼ ਤੇ ਗੋਰਾ ਸੀ ਕਿ ਉਸ ਦਾ ਨੂਰ ਦੁਪੱਟੇ ਦੇ ਅੰਦਰੋਂ ਵੀ ਡੁੱਲ ਡੁੱਲ ਪੈਂਦਾ ਸੀ। ਕੱਪੜੇ ਭਾਵੇਂ ਕਿਸੇ ਵੀ ਰੰਗ ਦੇ ਪਾਏ ਹੋਣ, ਪਰ ਉਹ ਦੁਪੱਟਾ ਹਮੇਸ਼ਾ ਪੀਲੇ ਰੰਗ ਦਾ ਹੀ ਲੈਂਦੀ ਸੀ। ਲਾਲੀ ਦੁਪੱਟੇ ਦੀ ਬੁੱਕਲ ਮਾਰਨ ਲੱਗਿਆਂ ਆਪਣਾ ਸਿਰ ਵੀ ਚੰਗੀ ਤਰ੍ਹਾਂ ਢੱਕ ਲੈਂਦੀ ਸੀ। ਸਿਰਫ ਉਸ ਦੀਆਂ ਅੱਖਾਂ ਅਤੇ ਮੂੰਹ ਦਾ ਕੁਝ ਹਿੱਸਾ ਹੀ ਦਿਖਾਈ ਦਿੰਦਾ ਸੀ। ਉਸਨੇ ਆਪਣੇ ਸੋਹਣੇ ਤਨ ਨੂੰ ਮਨਿੰਦਰ ਵਾਸਤੇ ਸੰਭਾਲ ਕੇ ਰੱਖਿਆ ਹੋਇਆ ਸੀ ਅਤੇ ਉਸ ਦੇ ਸਰੀਰ ਦੇ ਕਿਸੇ ਵੀ ਅੰਗ ਨੂੰ ਕੋਈ ਹੋਰ ਦੇਖੇ ਇਹ ਉਸ ਨੂੰ ਚੰਗਾ ਨਹੀਂ ਲੱਗਦਾ ਸੀ। ਸੋ ਦੋਸਤੋ, ਅੱਜ ਅਸੀਂ ਮੇਰੇ ਲਿਖੇ ਪੰਜਾਬੀ ਨਾਵਲ ਐਨਾ ਨਾ ਰਵਾਇਆ ਕਰਦਾ 6ਵਾਂ ਭਾਗ ਸੁਣਿਆ। ਇਸ ਤੋਂ ਅੱਗੇ 7ਵੇਂ ਭਾਗ ਵਿੱਚ ਸੁਣਾਂਗੇ। ਸਤਿ ਸ੍ਰੀ ਅਕਾਲ।